ਜਿਹੜੀ ਸੈਂਟਰਲ ਹੈ ਮੋਦੀ ਨੂੰ ਤਾਂ ਮੈਂ ਸਪੈਸ਼ਲ ਕਹਿਣਾ ਚਾਹੁੰਦੀ ਹਾਂ ਕਿ ਉਹ ਕਿੱਥੇ ਸੁੱਤਾ ਆ। ਸਭ ਤੋਂ ਪਹਿਲਾਂ ਇਹ ਸੋਚਣ ਕਿ ਇਹ ਹਿੰਦੂ ਸਿੱਖੀਜ਼ਮ ਦੀ ਲੜਾਈ ਨਹੀਂ, ਇਹ ਕਿਸਾਨ ਦੀ ਲੜਾਈ ਹੈ। ਇਸ ਲਈ ਕਿਸਾਨ ਨੂੰ ਕਿਸਾਨ ਸਮਝ ਕੇ ਸੋਚਣ, ਕਿਸਾਨ ਨੂੰ ਸਿੱਖ ਹਿੰਦੂ ਨਾਲ ਨਾ ਤੁਲਨਾ ਕਰਨ। ਤੇ ਅ ਫਾਰਮਰ ਪ੍ਰੋਵਾਈਡਸ ਅਸ ਅ 3 ਟਾਈਮ ਮੀਲ ਐਂਡ ਵੀ ਡੋਂਟ ਕੇਅਰ ਅਬਾਊਟ them। ਉਹ 3 ਟਾਈਮ ਦੀ ਰੋਟੀ ਨਹੀਂ ਖਾਂਦਾ, ਉਹਨੂੰ ਪੁੱਛੋ ਜਾ ਕੇ ਕੌਣ ਦਿੰਦਾ ਹੈ। ਕਿ ਸਾਨੂੰ ਬੀਜੇਪੀ ਨਹੀਂ ਪਸੰਦ, ਆਰਐਸਐਸ ਨਹੀਂ ਪਸੰਦ, ਇਦਾਂ ਦਾ ਕੋਈ ਇਸ਼ੂ ਨਹੀਂਗਾ। ਸਾਡਾ ਸਿਰਫ ਇੱਕੋ ਮੁੱਦਾ ਹੈ ਕਿ ਸਾਡੀਆਂ ਜਿਹੜੀਆਂ ਮੰਗਾਂ ਆ ਉਹ ਪੂਰੀਆਂ ਕੀਤੀਆਂ ਜਾਣ। ਜਿਹੜੇ ਨਾਰਮਲ ਲੋਕ ਹੈਗੇ ਆ, ਜਿਹੜੇ ਸਰਕਾਰ ਤੋਂ ਖੁਸ਼ ਨਹੀਂ ਹੈ, ਤੁਸੀਂ ਉਹਨਾਂ ਨੂੰ ਦਬਾਉਣ ਦੀ ਕੋਸ਼ਿਸ਼ ਕਰ ਰਹੇ ਹੋ। ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਪੰਜਾਬ ਮੇਲ USA TV ਚੈਨਲ ਤੇ ਮੈਂ ਹਾਂ ਅੰਜੂ ਠੇਡਾ। ਅੱਜ ਮੈਂ ਜਲੰਧਰ ਸ਼ਹਿਰ ਦੇ ਮਾਡਲ ਟਾਊਨ ਦੇ ਵਿੱਚ ਮੌਜੂਦ ਹਾਂ, ਜਿੱਥੇ ਕਿ ਲੋਕ ਜਿਹੜੇ ਨੇ ਕਿਸਾਨਾਂ ਨੂੰ ਸਮਰਥਨ ਦੇ ਰਹੇ ਨੇ ਤੇ ਖੇਤੀ ਕਾਨੂੰਨਾਂ ਦੇ ਖਿਲਾਫ ਜਿਹੜਾ ਹੈ ਆਪਣਾ ਰੋਸ ਜਤਾ ਰਹੇ ਨੇ। ਅਸੀਂ ਇਹਨਾਂ ਨਾਲ ਗੱਲਬਾਤ ਵੀ ਕਰਾਂਗੇ। ਆਜੋ ਗੱਲ ਕਰਦੇ ਹਾਂ। ਕੀ ਨਾਮ ਸੀ ਤੁਹਾਡਾ? ਮੇਰਾ ਨਾਮ ਜੀ ਅਨਮੋਲ ਸਿੰਘ ਲਾਲੀ ਜੀ। ਅਨਮੋਲ ਜੀ, ਤੁਸੀਂ ਇੱਥੇ ਜਿਹੜਾ ਖੇਤੀ ਕਾਨੂੰਨਾਂ ਦੇ ਖਿਲਾਫ ਆਪਣਾ ਰੋਸ ਜਤਾ ਰਹੇ ਹੋ, ਕੀ ਕਹਿਣਾ ਚਾਹੁੰਦੇ ਹੋ ਸਰਕਾਰ ਨੂੰ? ਸਰਕਾਰ ਨੂੰ ਇੱਕੋ ਹੀ ਅਪੀਲ ਆ ਜੀ ਕਿ ਜਿਹੜੇ ਕਿਸਾਨੀ ਬਿੱਲ ਉਹਨਾਂ ਨੇ ਪਾਸ ਕੀਤੇ ਆ, ਉਹਨਾਂ ਤੋਂ ਜਦ ਕਿਸਾਨ ਹੀ ਨਹੀਂ ਖੁਸ਼ ਤਾਂ ਫਿਰ ਕਿੱਥੇ ਦੇ ਬਿੱਲ ਹੋਏ, ਰਾਈਟ? ਜੇ ਜਿਹਨਾਂ ਲਈ ਤਾਂ ਉਹਨਾਂ ਨੇ ਬਿੱਲ ਬਣਾਏ ਉਹੀ ਬੰਦੇ ਖੁਸ਼ ਨੇਗੇ, ਫਿਰ ਵਾਪਸ ਲੈ ਲੈਣੇ ਚਾਹੀਦੇ ਆ ਬਿੱਲ। ਹੋਰ ਤਾਂ ਕੋਈ ਅਪੀਲ ਨਹੀਂ। ਕਿ ਬਾਕੀ ਜੇ ਕੋਈ ਸਾਡੀ ਸਰਕਾਰ ਨਾਲ ਕੋਈ ਲੜਾਈ ਆ ਜਾਂ ਸਾਨੂੰ ਬੀਜੇਪੀ ਨਹੀਂ ਪਸੰਦ, ਆਰਐਸਐਸ ਨਹੀਂ ਪਸੰਦ, ਇਦਾਂ ਦਾ ਕੋਈ ਇਸ਼ੂ ਨਹੀਂਗਾ। ਸਾਡਾ ਸਿਰਫ ਇੱਕੋ ਮੁੱਦਾ ਹੈ ਕਿ ਸਾਡੀਆਂ ਜਿਹੜੀਆਂ ਮੰਗਾਂ ਆ ਉਹ ਪੂਰੀਆਂ ਕੀਤੀਆਂ ਜਾਣ। ਮੈਮ, ਤੁਹਾਡਾ ਕੀ ਨਾਮ? ਸੁਖਵਿੰਦਰ ਕੌਰ। ਸੁਖਵਿੰਦਰ ਜੀ, ਜਿਹੜੀ ਸਾਡੀ ਸਰਕਾਰ ਹੈ ਉਹ ਇੱਕ ਤਾਨਾਸ਼ਾਹੀ ਰਵੱਈਆ ਅਪਣਾ ਰਹੀ ਹੈ ਕਿਸਾਨਾਂ ਦੇ ਲਈ। ਸਿੰਘੂ ਬਾਰਡਰ ਤੇ ਜਿਹੜਾ ਟਿਕਰੀ ਬਾਰਡਰ ਤੇ ਜਿਹੜਾ ਬਾਰ-ਬਾਰ ਉੱਥੇ ਕੀਲ ਲਗਾ ਕੇ ਜਿਹੜਾ ਉਹਨਾਂ ਨੂੰ ਰੋਕਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ। 6 ਲੇਅਰ ਬੈਰੀਕੇਡਿੰਗ ਕਰ ਦਿੱਤੀ ਗਈ ਹੈ। ਕੀ ਕਹਿਣਾ ਚਾਹੁੰਦੇ? ਬੜੀ ਮਾੜੀ ਗੱਲ ਹੈ। ਜਿਹੜੇ ਨਾਰਮਲ ਲੋਕ ਹੈਗੇ ਆ, ਜਿਹੜੇ ਸਰਕਾਰ ਤੋਂ ਖੁਸ਼ ਨਹੀਂ ਹੈ, ਤੁਸੀਂ ਉਹਨਾਂ ਨੂੰ ਦਬਾਉਣ ਦੀ ਕੋਸ਼ਿਸ਼ ਕਰ ਰਹੇ ਹੋ। ਕਿੰਨੀ ਦੇਰ ਤੱਕ ਦਬਾ ਸਕਦੇ ਹੋ? ਕਦੀ ਨਾ ਕਦੀ ਤਾਂ ਸਾਰੇ ਖੁੱਲ੍ਹ ਕੇ ਬਾਹਰ ਆਣਗੇ ਨਾ। ਸਾਡਾ ਪ੍ਰੋਟੈਸਟ ਵੀ ਇਸੇ ਚੀਜ਼ ਵਾਸਤੇ ਆ ਕਿ ਹਜੇ ਵੀ ਜਿਹੜੇ ਲੋਕ ਸੁੱਤੇ ਹੋਏ ਆ, ਡਰ ਰਹੇ ਆ, ਉਹ ਖੁੱਲ੍ਹ ਕੇ ਸਾਹਮਣੇ ਆਣ ਔਰ ਕਿਸਾਨਾਂ ਦੇ ਹੱਕ 'ਚ ਬੋਲਣ। ਕੇਂਦਰ ਸਰਕਾਰ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਹੋ? ਕਿ ਉਹ ਜਿਹੜੇ ਬਿੱਲ ਇਹਨਾਂ ਨੇ ਰੱਖੇ ਹੈਗੇ ਆ, ਉਹਨਾਂ ਨੂੰ ਰੱਦ ਕਰਕੇ ਕਿਸਾਨਾਂ ਦੀਆਂ ਮੰਗਾਂ ਮੰਨ ਲਈਆਂ ਜਾਣ। ਮੈਂ ਬਸ ਇਹੀ ਕਹਿਣਾ ਚਾਹੁੰਦੀ ਹਾਂ ਕਿ ਜਿਹੜੇ ਜਿਹੜੇ 3 ਕਾਨੂੰਨ ਕਿਸਾਨਾਂ ਦੇ ਖਿਲਾਫ ਰੱਖੇ ਗਏ ਨੇ ਜਾਂ ਬਣਾਏ ਗਏ ਨੇ, ਉਹਨਾਂ ਨੂੰ ਵਾਪਸ ਲਿਆ ਜਾਏ ਤੇ ਕਿਸਾਨਾਂ ਦੀਆਂ ਮੰਗਾਂ ਪੂਰੀਆਂ ਕੀਤੀਆਂ ਜਾਣ। ਜਿਸ ਤਰ੍ਹਾਂ ਅਸੀਂ ਦੇਖ ਰਹੇ ਹਾਂ, ਇਸ ਅੰਦੋਲਨ ਨੂੰ ਧਾਰਮਿਕ ਰੰਗਤ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਕਿਸਾਨਾਂ ਦੇ ਵਿੱਚ ਜਿਹੜਾ ਫੁੱਟ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਲਗਾਤਾਰ, ਤਾਂ ਕਿ ਅੰਦੋਲਨ ਨੂੰ ਦਬਾਇਆ ਜਾ ਸਕੇ। ਮੈਂ ਬਸ ਇਹੀ ਕਹਿਣਾ ਚਾਹੂੰਗੀ ਕਿ ਸਾਨੂੰ ਸਮਝਣਾ ਚਾਹੀਦਾ ਹੈ ਕਿ ਅਸੀਂ ਇੱਕ ਇਨਸਾਨ ਪਹਿਲਾਂ ਵਾਂ। ਇਸ ਮੁੱਦੇ ਨੂੰ ਨਾ ਹਿੰਦੂਇਜ਼ਮ ਨਾ ਸਿੱਖੀਜ਼ਮ ਨਾਲ ਤੋਲਣਾ ਚਾਹੀਦਾ ਹੈ। ਤੇ ਜੇ ਉਹ ਸੋਚਦੇ ਨੇ ਕਿ ਜਿਹੜੇ ਕਿਸਾਨ ਨੇ ਉਹ ਸਿੱਖ ਨੇ, ਤੇ ਇਹ ਗਲਤ ਹੈ, ਕਿਉਂਕਿ ਕਿਸਾਨ ਹਿੰਦੂ ਵੀ ਹੈ, ਕਿਸਾਨ ਸਿੱਖ ਵੀ ਹੈ। ਸਭ ਤੋਂ ਪਹਿਲਾਂ ਇਹ ਸੋਚਣ ਕਿ ਇਹ ਹਿੰਦੂ ਸਿੱਖੀਜ਼ਮ ਦੀ ਲੜਾਈ ਨਹੀਂ, ਇਹ ਕਿਸਾਨ ਦੀ ਲੜਾਈ ਹੈ। ਇਸ ਲਈ ਕਿਸਾਨ ਨੂੰ ਕਿਸਾਨ ਸਮਝ ਕੇ ਸੋਚਣ, ਕਿਸਾਨ ਨੂੰ ਸਿੱਖ ਹਿੰਦੂ ਨਾਲ ਨਾ ਤੁਲਨਾ ਕਰਨ। ਲਗਾਤਾਰ ਜਿਹੜਾ ਕਿਸਾਨਾਂ ਨੂੰ ਅੱਤਵਾਦੀ ਕਿਹਾ ਜਾ ਰਿਹਾ ਹੈ, ਉਹਨਾਂ ਨੂੰ ਖੱਬੇ ਪੱਖੀ ਕਿਹਾ ਜਾ ਰਿਹਾ ਹੈ। ਇਸ ਤਰ੍ਹਾਂ ਦੀ ਸ਼ਬਦਾਵਲੀ ਜਿਹੜੀ ਹੈ ਵਰਤੀ ਜਾ ਰਹੀ ਹੈ ਕਿਸਾਨਾਂ ਦੇ ਲਈ। ਇਹ ਸ਼ੁਰੂ ਤੋਂ ਹੀ ਇਸ ਤਰ੍ਹਾਂ ਦੀ ਸ਼ਬਦਾਵਲੀ ਮੋਸਟਲੀ ਸਿੱਖੀਜ਼ਮ ਲਈ ਵਰਤੀ ਹੀ ਜਾਂਦੀ ਹੈ। ਤੇ ਇਸ ਨੂੰ ਵਰਤਣ ਪਿੱਛੇ ਇਹ ਵੀ ਕਾਰਨ ਹੈ ਕਿ ਉਹਨਾਂ ਨੂੰ ਤੋੜਿਆ ਜਾਵੇ, ਉਹਨਾਂ ਨੂੰ ਵਾਕ ਕੀਤਾ ਜਾਵੇ ਤਾਂ ਕਿ ਉਹ ਕਮਜ਼ੋਰ ਹੋ ਜਾਣ ਤੇ ਵਾਪਸ ਚਲੇ ਜਾਣ। ਪਰ ਉਹ ਇਹ ਨਹੀਂ ਜਾਣਦੇ ਕਿ ਕਿਸਾਨ ਜਿਹੜੇ ਆ ਬਹੁਤ ਮਜ਼ਬੂਤ ਨੇ ਤੇ ਉਹ ਕਦੀ ਵਾਪਸ ਨਹੀਂ ਜਾਣਗੇ। ਅਸੀਂ ਸਾਰੇ ਵੀ ਕਿਸਾਨ ਦੇ ਬੱਚੇ ਹਾਂ ਤੇ ਹਮੇਸ਼ਾ ਉਹਨਾਂ ਦੇ ਨਾਲ ਖੜੇ ਹਾਂ ਤੇ ਖੜੇ ਰਵਾਂਗੇ। ਇੱਥੇ ਸਾਡੇ ਨਾਲ ਕੁਝ ਬੱਚੇ ਵੀ ਮੌਜੂਦ ਨੇ ਇਸ ਧਰਨੇ ਦੇ ਵਿੱਚ। ਅਸੀਂ ਇਹਨਾਂ ਨਾਲ ਗੱਲਬਾਤ ਕਰਾਂਗੇ। ਤੁਸੀਂ ਕਿਸਾਨਾਂ ਦੇ ਹੱਕ ਵਿੱਚ ਕੀ ਕਹਿਣਾ ਚਾਹੁੰਦੇ ਹੋ? ਬੋਲੋ, ਇਹ ਲਹਿਰ ਹੁਣ ਥਮੇਗੀ। ਕੁਝ ਬੋਲੋ। ਇਹ ਲਹਿਰ ਹੁਣ ਥੰਮੇਗੀ, ਕਰ ਕਰ ਭਾਗੋ ਜੰਮੇਗੀ। ਬਹੁਤ ਵਧੀਆ ਇਹਨਾਂ ਨੇ ਗੱਲ ਕੀਤੀ ਹੈ। ਮਾਈ ਭਾਗੋ ਦੀਆਂ ਵਾਰਸਾਂ ਨੇ। ਕੀ ਕਹਿਣਾ ਚਾਹੁੰਦੇ ਹੋ ਕਿਸਾਨਾਂ ਦੇ ਹੱਕ ਵਿੱਚ? ਜਿਹੜੇ ਉਹਨਾਂ 'ਤੇ 3 ਕਾਨੂੰਨ ਲਾਗੂ ਹੋਏ ਨੇ ਉਹਨਾਂ ਨੂੰ ਵਾਪਸ ਲੈ ਲੈਣਾ ਚਾਹੀਦਾ, ਬਿਕੋਜ਼ ਇਟਸ ਨਾਟ ਦੇਅਰ ਨੀਡ। ਜਿਹੜੀ ਚੀਜ਼ ਉਹਨਾਂ ਨੂੰ ਨਹੀਂ ਚਾਹੀਦੀ ਉਹ ਉਹਨਾਂ 'ਤੇ ਥੋਪੀ ਗਈ ਹੈ ਅਤੇ ਉਹ ਉਹਨਾਂ ਨੂੰ ਵਾਪਸ ਲੈ ਲੈਣਾ ਚਾਹੀਦਾ। ਅਤੇ ਅ ਫਾਰਮਰ ਪ੍ਰੋਵਾਈਡਸ ਅਸ ਅ 3 ਟਾਈਮ ਮੀਲ ਐਂਡ ਵੀ ਡੋਂਟ ਕੇਅਰ ਅਬਾਊਟ them। ਤੁਸੀਂ ਕੇਂਦਰ ਨੂੰ ਕੀ ਕਹਿਣਾ ਚਾਹੁੰਦੇ ਹੋ? ਸੈਂਟਰ ਗਵਰਨਮੈਂਟ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਹੋ ਕਿਸਾਨਾਂ ਦੇ ਹੱਕ ਵਿੱਚ? ਉਹਨਾਂ ਨੂੰ ਮੈਂ ਤਾਂ ਕਹਿਣਾ ਚਾਹੁੰਦੀ ਹਾਂ ਕਿ ਉਹਨਾਂ ਦੇ ਹੱਕ ਜਲਦੀ ਦਿਓ, ਕਿਉਂਕਿ ਜਿਹੜੇ ਤੁਸੀਂ ਲਾਜ਼ ਬਣਾਏ ਨੇ ਅਸੀਂ ਤਾਂ ਉਹਨਾਂ ਨੂੰ ਖ਼ਤਮ ਕਰਨਾ ਚਾਹੁੰਦੇ ਹਾਂ, ਕਿਉਂਕਿ ਬਿਲਕੁਲ ਅੱਛਾ ਨਹੀਂ ਹੈ। ਕਿਉਂਕਿ ਜਿਹੜੇ ਉਹਨਾਂ ਨੇ ਕਾਲੇ ਕਾਨੂੰਨ ਬਣਾਏ ਆ ਅਸੀਂ ਉਹਨਾਂ ਨੂੰ ਰੱਦ ਕਰਨਾ ਚਾਹੁੰਦੇ ਹਾਂ। ਅਤੇ ਜਿਹੜੀ ਸੈਂਟਰਲ ਹੈ ਮੋਦੀ ਨੂੰ ਤਾਂ ਮੈਂ ਸਪੈਸ਼ਲ ਕਹਿਣਾ ਚਾਹੁੰਦੀ ਹਾਂ ਕਿ ਉਹ ਕਿੱਥੇ ਸੁੱਤਾ ਆ, ਕਿਉਂ ਨਹੀਂ ਕੁਛ ਬੋਲ ਰਿਹਾ? ਉਹਦੇ ਆ ਰਿਹਾ ਮਨ ਕੀ ਬਾਤ ਆ ਰਹੀ ਹੈ, ਕਿਸਾਨਾਂ ਲਈ ਕਿਉਂ ਨਹੀਂ ਹੈ ਮਨ ਕੀ ਬਾਤ? ਸਾਰੇ ਬਾਹਰ ਆ ਚੁੱਕੇ ਨੇ, ਅਸੀਂ ਸਾਰੇ ਆਏ ਹਾਂ ਇੱਥੇ ਬਾਹਰ, ਤਾਂ ਉਹ ਕਿੱਥੇ ਆ? ਕਿਉਂ ਨਹੀਂ ਬਾਹਰ ਆ ਰਿਹਾ? ਉਹ 3 ਟਾਈਮ ਦੀ ਰੋਟੀ ਨਹੀਂ ਖਾਂਦਾ, ਉਹਨੂੰ ਪੁੱਛੋ ਜਾ ਕੇ ਕੌਣ ਦਿੰਦਾ ਹੈ? ਉਹ ਸਾਡੇ ਅੱਜ ਮੇਰਾ ਹਿੰਦੀ ਦਾ ਪੇਪਰ ਸੀ, ਉਹਦੇ ਵਿੱਚ ਸਾਨੂੰ ਚੈਪਟਰ ਸੀਗਾ ਕਿ ਕਿਸਾਨ ਇੱਕ ਅੰਨਦਾਤਾ ਹੈ। ਬੁੱਕਸ ਦੇ ਵਿੱਚ ਵੀ ਲਿਖਿਆ ਕਿ ਕਿਸਾਨ ਅੰਨਦਾਤਾ ਹੈ, ਉਹ ਸਾਨੂੰ ਸਭ ਕੁਝ ਦਿੰਦਾ ਹੈ, ਉਹਦੇ ਕਰਕੇ ਅਸੀਂ ਰੋਟੀ ਖਾਂਦੇ ਹਾਂ। ਕਣਕ ਵੀ ਉਹ ਸਾਨੂੰ ਦਿੰਦਾ ਹੈ।
ਤੇ ਉਹਦੇ ਹੱਕ ਤੁਸੀਂ ਦਿਓਗੇ, ਉਹਨੂੰ ਭਗਵਾਨ ਦੇ ਨਾਲ ਤੁਲਨਾ ਕੀਤੀ ਜਾਂਦੀ ਹੈ ਉਹਦੀ, ਤੇ ਤੁਸੀਂ ਉਹਨੂੰ ਸੜਕਾਂ ਤੇ ਰੋਲ ਰਹੇ ਹੋ। ਉਹਨਾਂ ਦੇ ਹੱਕ ਉਹਨਾਂ ਨੂੰ ਜਲਦੀ ਦਿਓ। ਕੀ ਨਾਂ ਜੀ ਤੁਹਾਡਾ? ਸੰਦੀਪ ਕੌਰ। ਸੰਦੀਪ ਜੀ, ਇੰਨੀਆਂ ਮੀਟਿੰਗਾਂ ਹੋ ਚੁੱਕੀਆਂ ਨੇ ਕਿਸਾਨਾਂ ਦੇ ਨਾਲ ਕੇਂਦਰ ਦੀਆਂ, ਪਰ ਸਿੱਟਾ ਕੋਈ ਨਹੀਂ ਨਿਕਲ ਰਿਹਾ। ਹੁਣ ਤੱਕ ਜਿਹੜਾ ਕਿਸਾਨ ਅੰਦੋਲਨ ਨੂੰ 70 ਦਿਨ ਹੋ ਚੁੱਕੇ ਨੇ, ਪਰ ਉਹਨਾਂ ਨੂੰ ਆਪਣੇ ਹੱਕ ਨਹੀਂ ਮਿਲ ਰਹੇ। ਅਸੀਂ ਇੱਥੇ ਇਹੀ ਕਵਾਂਗੇ, ਸਾਨੂੰ ਇਦਾਂ ਦੀ ਸਰਕਾਰ ਨਹੀਂ ਚਾਹੀਦੀ। ਜੇ ਇਦਾਂ ਦੇ ਰਾਜੇ ਆ ਜਿਨ੍ਹਾਂ ਦੀ ਪ੍ਰਜਾ ਹੀ ਖੁਸ਼ ਨਹੀਂ ਹੈਗੀ ਤਾਂ ਉਸ ਰਾਜੇ ਨੂੰ ਕੀ ਕਰਨਾ ਆ। ਅਸੀਂ ਤਾਂ ਇਹ ਕਵਾਂਗੇ ਕਿ ਵੋਟਾਂ ਵੀ ਜਿਹੜੀ ਮਸ਼ੀਨ ਤੇ ਨਾ ਹੋਣ, ਵਾਲਟ ਪੇਪਰ ਤੇ VOTING ਹੋਣੀ ਚਾਹੀਦੀ ਹੈ। ਸਾਨੂੰ ਇਹ ਚਾਹੀਦਾ ਨਹੀਂ, ਇਹਦਾ ਅਸਤੀਫਾ ਚਾਹੀਦਾ ਹੈ ਕਿ ਇਹ ਨਹੀਂ ਕੁਝ ਕਰ ਸਕਦਾ ਤਾਂ ਅਸਤੀਫਾ ਦੇ ਦੇਵੇ, ਹੋਰ ਕੁਝ ਨਹੀਂ ਕਰ ਸਕਦਾ। ਪਰਮਪ੍ਰੀਤ ਜੀ, ਜਿਹੜੇ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਨੇ, ਉਹਨਾਂ ਵੱਲੋਂ ਕਿਸਾਨਾਂ ਦੇ ਹੱਕ ਵਿੱਚ ਇੱਕ ਵੀ ਬਿਆਨ, ਕਿਸਾਨਾਂ ਦੇ ਹੱਕ ਵਿੱਚ ਕੀ ਕਿਸਾਨਾਂ ਨੂੰ ਲੈ ਕੇ ਕੋਈ ਬਿਆਨ ਨਹੀਂ ਆਇਆ। ਪਰ ਜਿਹੜੀ ਆਪਾਂ ਜਿਹੜੇ ਇਸ ਮਹੀਨੇ ਦੀ ਆਪਾਂ ਮਨ ਕੀ ਬਾਤ ਸੁਣੀ, ਉਹਦੇ ਵਿੱਚ ਉਹਨਾਂ ਨੇ ਜ਼ਿਕਰ ਕੀਤਾ ਸੀ ਕਿ ਤਿਰੰਗੇ ਦੀ ਗੱਲ ਨੂੰ ਲੈ ਕੇ ਜਿਹੜਾ ਸਾਡਾ ਦੇਸ਼ ਅਪਮਾਨਿਤ ਹੈ। ਪਰ ਸਾਡੇ ਦੇਸ਼ ਦੇ ਜਿਹੜੇ ਰਾਜਾ ਹੈ, ਉਹ ਆਪਣੀ ਪ੍ਰਜਾ ਦੇ ਹੱਕ ਵਿੱਚ ਕੋਈ ਵੀ ਗੱਲ ਨਹੀਂ ਕਰ ਰਿਹਾ। ਸੌਰੀ ਟੂ ਸੇ ਮੈਮ, ਮੈਂ ਤਾਂ ਕਦੀ ਮਨ ਕੀ ਬਾਤ ਸੁਣੀ ਨਹੀਂ ਆ, ਠੀਕ ਹੈ ਜੀ। ਬਾਕੀ ਤਿਰੰਗੇ ਦਾ ਇਸ਼ੂ ਇਹਨਾਂ ਨੇ ਆਪ ਚੱਕਿਆ, BJP ਨੇ ਕ੍ਰੀਏਟ ਕੀਤਾ ਹੋਇਆ, ਕਿਉਂਕਿ ਉਹ ਹਿੰਦੂ ਸਿੱਖ ਵਾਲਾ ਇਸ਼ੂ ਆ ਮੇਨ, ਹੈ ਨਾ। ਬਾਕੀ ਸਾਰੇ ਹੁਣ ਇੱਥੇ ਹਿੰਦੂ ਫੈਮਿਲੀਜ਼ ਵੀ ਜੁੜੀਆਂ, ਸਾਨੂੰ 4 ਦਿਨ ਹੋ ਗਏ ਇੱਥੇ ਹਿੰਦੂ ਫੈਮਿਲੀਜ਼, ਬੱਚੇ ਸਾਰੇ ਆ ਰਹੇ ਆ, ਸਾਰੇ ਸਪੋਰਟ ਕਰ ਰਹੇ ਆ, ਕਿਉਂਕਿ ਉਹਨਾਂ ਨੂੰ ਪਤਾ ਕਿ ਮੁੱਦਾ ਕੀ ਆ। ਬੇਸਿਕਲੀ ਹਰੇਕ ਨੂੰ, ਹਰ ਬੰਦੇ ਨੂੰ ਇਸ ਚੀਜ਼ ਦੀ ਮਾਰ ਪੈਣੀ ਆ ਜੇ ਇਹ ਚੀਜ਼ ਲਾਗੂ ਹੋ ਗਈ। ਟੋਟਲੀ ਕਾਰਪੋਰੇਟ ਦੇ ਹੱਕ 'ਚ ਹੋ ਜਾਣਾ ਸਾਰਾ ਕੁਝ, ਤੇ ਇਹ ਮਹਿੰਗਾਈ ਇੰਨੀ ਕੁ ਵੱਧ ਜਾਣੀ ਹੈ ਕਿ ਆਮ ਬੰਦਾ ਕੀ ਮਿਡਲ ਕਲਾਸ ਤੇ ਤੁਸੀਂ ਸੋਚੋ ਕਿ ਅਫੋਰਡ ਹੀ ਨਹੀਂ ਕਰ ਪਾਊਗੀ ਕੁਝ ਵੀ। ਹਾਂਜੀ, ਜਿਹੜੀ ਇਸ ਅੰਦੋਲਨ ਨੂੰ ਲਗਾਤਾਰ ਧਾਰਮਿਕ ਰੰਗਤ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਸਾਡੀ ਸਰਕਾਰ ਵੱਲੋਂ ਦਬਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ। ਆਪਾਂ ਦੇਖ ਰਹੇ ਹਾਂ NIA ਨੇ ਜਿਹੜੇ ਸੰਮਨ ਭੇਜੇ ਨੇ ਕਿਸਾਨ ਆਗੂਆਂ ਨੂੰ, ਉਹਨਾਂ ਤੇ FIR ਕੀਤੀ ਗਈ ਹੈ। ਹਾਂਜੀ ਮੈਮ, ਇਹ ਤਾਂ ਗਵਰਨਮੈਂਟ ਦੇ ਟੈਕਟਿਕਸ ਹੁੰਦੇ ਜੀ, ਚਾਹੇ ਕਾਂਗਰਸ ਆ ਚਾਹੇ BJP ਆ। ਕਿਸੇ ਵੀ ਅੰਦੋਲਨ ਨੂੰ ਦਬਾਉਣ ਲਈ ਉਹਨਾਂ ਨੇ ਇਹ ਕਰਨੀ ਆ, ਕਿਉਂਕਿ ਏਜੰਸੀ ਸਾਰੀ ਉਹਨਾਂ ਦੀ ਆਪਣੀਆਂ ਆ ਜੀ। ਬਾਕੀ ਕੋਈ ਐਡਾ ਇਸ਼ੂ ਨਹੀਂ ਸੀ ਉੱਥੇ ਵੀ। ਤੁਸੀਂ ਦੇਖੋ ਬਾਰਡਰ ਤੇ ਅਸੀਂ 3 ਟਾਈਮ ਜਾ ਆਏ ਆ, ਸੇਵਾ ਕਰੀ ਦੀ, ਉੱਥੇ ਬੰਦੇ ਬੈਠੇ, ਉੱਥੇ ਕੋਈ ਇਸ਼ੂ ਨਹੀਂ ਹੈ, ਉੱਥੇ ਕੋਈ ਕਿਸੇ ਨੂੰ ਡਰ ਨਹੀਂ ਆ। ਸਿਰਫ ਇੱਕ ਸੀਨ ਕ੍ਰੀਏਟ ਕਰ ਰਹੇ ਆ ਪਬਲਿਕ ਨੂੰ, ਜਿਹੜੇ ਉੱਥੇ ਨਹੀਂ ਜਾ ਪਾਉਂਦੇ ਉਹਨਾਂ ਨੂੰ ਭੜਕਾਉਣ ਲਈ ਕਿ ਉੱਥੇ ਪਤਾ ਨਹੀਂ ਕੀ ਹੋ ਗਿਆ। ਬਿਲਕੁਲ ਨੋਰਮਲ ਆ ਜੀ, ਪੂਰੀ ਸੇਵਾ ਚੱਲ ਰਹੀ ਆ। ਹਾਂਜੀ ਅਮਰੀਕ ਜੀ, ਜਿਸ ਤਰ੍ਹਾਂ ਅਸੀਂ ਦੇਖ ਰਹੇ ਹਾਂ ਸਿੰਘੂ ਬਾਰਡਰ ਤੇ ਟਿਕਰੀ ਬਾਰਡਰ ਤੇ ਜਿਹੜਾ ਬੈਰੀਕੇਡਿੰਗ ਹੋਰ ਮਜ਼ਬੂਤ ਕਰੀ ਜਾਂਦੇ ਨੇ, ਉਹ ਸਰਕਾਰ ਜਿਹੜੀ ਹੈ ਸਾਡੀ ਦਿੱਲੀ ਪੁਲਿਸ ਵੱਲੋਂ ਉਹਨਾਂ ਨੇ ਬੈਰੀਕੇਡਿੰਗ ਹੋਰ ਮਜ਼ਬੂਤ ਕਰ ਦਿੱਤੀ ਹੈ, ਕਿੱਲ ਲਗਾ ਦਿੱਤੇ ਨੇ ਤਾਂ ਕਿ ਜਿਹੜੇ ਸਾਡੇ ਕਿਸਾਨ ਨੇ ਉਧਰ ਨਾ ਜਾ ਸਕਣ। ਉਹਨਾਂ ਦੀ ਆਵਾਜ਼ ਨੂੰ ਲਗਾਤਾਰ ਦਬਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਜੀ। ਬਿਲਕੁਲ, ਪਰ ਇਹਦੇ ਤੋਂ ਇਹ ਚੀਜ਼ ਸਾਹਮਣੇ ਆਉਂਦੀ ਆ ਕਿ ਸਰਕਾਰ ਕਿੰਨੀ ਘਬਰਾਈ ਹੋਈ ਆ। ਉਹਨਾਂ ਨੂੰ ਇਹ ਹੈਗਾ ਕਿ ਇਹਨਾਂ ਦੀ ਏਕਤਾ ਹੋਰ ਮਜ਼ਬੂਤ ਨਾ ਹੋ ਸਕੇ। ਇੰਨੇ ਮਹੀਨਿਆਂ ਤੋਂ ਇਕੱਠ ਦੇਖ ਚੁੱਕੇ ਆ, ਹੈ ਨਾ। ਸੋ ਉਹਨਾਂ ਨੂੰ ਮੇਨ ਇਹ ਡਰ ਆ ਕਿ ਅਸੀਂ ਕਿਤੇ ਬੈਕਫੁੱਟ ਤੇ ਆਲਰੇਡੀ ਹੋਏ ਆ, ਹੁਣ ਕਿਤੇ ਸਾਡੀ ਪਿੱਠ ਲੱਗ ਹੀ ਨਾ ਜਾਵੇ। ਪਰ ਲੱਗਣੀ ਜ਼ਰੂਰ ਆ, ਇਹ ਅਸੀਂ ਨਿਸ਼ਚੈ ਕਰਕੇ ਨਿਕਲੇ ਆ ਤੇ ਲਵਾ ਕੇ ਹਟਾਂਗੇ। ਸਰਕਾਰ ਦੇ ਤਾਨਾਸ਼ਾਹੀ ਰਵੱਈਏ ਬਾਰੇ ਕੀ ਕਹਿਣਾ ਚਾਹੁੰਦੇ ਹੋ? ਕੇਂਦਰ ਸਰਕਾਰ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਹੋ? ਦੇਖੋ, ਇਹ ਪੂਰਾ ਦੇਸ਼ ਹੁਣ ਦੇਖ ਚੁੱਕਾ ਆ ਕਿ ਸਰਕਾਰ ਨੇ ਕੀ ਕੀਤਾ। ਕੁਝ ਅੰਧ ਭਗਤ ਹੈਗੇ ਆ ਜਿਹੜੇ ਹਾਲੇ ਵੀ ਉਹਨਾਂ ਦਾ ਸਾਥ ਦਿੰਦੇ, ਪਰ ਸਾਨੂੰ ਸਾਰਿਆਂ ਨੂੰ ਪਤਾ ਆ। ਤੇ ਸਰਕਾਰ ਸੋਚਦੀ ਆ ਕਿਸਾਨ ਹੈਗੇ ਆ ਪੰਜਾਬ ਦੇ, ਹਰਿਆਣਾ ਦੇ, ਕੁਛ ਦੇਰ ਬੋਲਣਗੇ ਫਿਰ ਚੁੱਪ ਹੋ ਜਾਣਗੇ। ਇਹ ਇਹਨਾਂ ਦੀ ਹੁਣ ਇਹ ਗਲਤੀ 'ਚ ਪੈ ਗਏ ਆ। ਤੇ ਹੁਣ ਮੈਨੂੰ ਨਹੀਂ ਲੱਗਦਾ ਇਹ ਸੰਘਰਸ਼ ਜਦ ਤਾਈਂ ਸਰਕਾਰ ਕਾਨੂੰਨ ਵਾਪਸ ਨਹੀਂ ਲੈਂਦੀ ਤਦ ਤਾਈਂ ਖਤਮ ਹੋਊਗਾ। ਇਦਾਂ ਹੀ ਇਹ ਜਾਰੀ ਰਹੂਗਾ। ਅੱਜ ਸਾਡੇ ਦੇਸ਼ ਦਾ ਜਿਹੜਾ ਅੰਨਦਾਤਾ ਹੈ, ਅੱਜ ਉਹਨੂੰ 70 ਦਿਨ ਹੋ ਚੁੱਕੇ ਨੇ ਦਿੱਲੀ ਦੀਆਂ ਬਰੂਹਾਂ ਤੇ ਬਹਿ ਕੇ ਆਪਣੇ ਹੱਕਾਂ ਲਈ ਆਵਾਜ਼ ਚੱਕਦੇ ਹਾਂ, ਪਰ ਆਵਾਜ਼ ਜਿਹੜੀ ਹੈ ਲਗਾਤਾਰ ਅਣਸੁਣੀ ਕੀਤੀ ਜਾ ਰਹੀ ਹੈ ਸਰਕਾਰ ਵੱਲੋਂ। ਤੇ ਮੈਮ, ਇਹਦਾ ਜਿਹੜਾ ਜੋ ਹੋ ਰਿਹਾ ਹੈ, ਸਰਕਾਰ ਵੀ ਸੁਣ ਰਹੀ ਹੈ, ਈਵਨ ਨਿਊਜ਼ ਮੀਡੀਆ ਸੁਣ ਰਿਹਾ, ਉਹਦਾ ਜਵਾਬ ਤਾਂ ਨਹੀਂ ਕੋਈ ਆਇਆ। ਜਿੰਨੀਆਂ ਮੌਤਾਂ ਹੋਈਆਂ ਨੇ ਅੱਜ ਤੱਕ, ਹੂਜ਼ ਅਕਾਊਂਟੇਬਲ ਫॉर दैट, ਹੂਜ਼ ਗੋਨਾ ਇੰਟਰਨੈਸ਼ਨਲ ਮੀਡੀਆ ਤੇ ਵੀ, ਈਵਨ ਔਨ ਇੰਡੀਅਨ ਮੀਡੀਆ, ਇਟ ਹੈਜ਼ ਬੀਨ ਸਕਰੂਟਨਾਈਜ਼ਡ ਇਨ ਸੱਚ ਅ ਬੈਡ ਵੇ ਕਿ ਦੇयर इज नो ਅਨਦਰ ਵੇ ਕਿ ਆਪਾਂ ਹੁਣ ਕਹੀਏ ਕਿ ਗੋਦੀ ਮੀਡੀਆ ਹੈਗਾ। ਕੋਈ ਕਿਸੇ ਦੀ ਕੋਈ ਪਖਵਾਈ ਨਹੀਂ ਕਰ ਰਿਹਾ। ਅਸੀਂ ਸੜਕਾਂ ਤੇ ਖੜੇ ਹਾਂ, ਸਾਡਾ ਜੀ ਥੋੜੀ ਕਰਦਾ ਅਸੀਂ ਖੜ ਕੇ ਇੱਥੇ ਰੌਲਾ ਪ੍ਰਦਰਸ਼ਨ ਕਰੀਏ। ਹੁਣ ਆ ਕੇ ਮੇਰੇ ਭਰਾ ਸਾਰੇ ਖੜੇ ਨੇ, ਭੈਣਾਂ ਖੜੀਆਂ ਨੇ, ਕੀ ਬਣੂਗਾ ਇਹਦਾ? ਹੁਣ ਅਸੀਂ ਵੀ ਤਾਂ ਜਵਾਬ ਇਹੀ ਪੁੱਛ ਰਹੇ ਹਾਂ ਕਿ ਸਾਨੂੰ ਦੱਸੋ। ਹੁਣ 6 ਦੀ ਉਹਨਾਂ ਕਿਹਾ ਮੀਟਿੰਗ ਹੋਊਗੀ, ਅੱਜ ਤੱਕ ਕੋਈ ਜਵਾਬ ਨਹੀਂ ਆਇਆ। ਹੁਣ ਬੈਠਾ ਪ੍ਰਾਈਮ ਮਿਨਿਸਟਰ ਮੋਦੀ, ਗੋਦੀ, ਜਿਹੜਾ ਮਰਜ਼ੀ ਕਹਿ ਲਓ, ਉਹ ਕੋਈ ਜਵਾਬ ਤਾਂ ਨਹੀਂ ਦੇ ਰਿਹਾ।
ਦੇਖੋ ਜੀ, ਪਹਿਲੀ ਗੱਲ ਤੇ ਸਰਾਸਰ ਝੂਠ ਆ ਜਿਹੜੀ ਆਪਾਂ 26 ਤਰੀਕ ਦਾ ਇਨਸੀਡੈਂਟ ਦੇਖਦੇ ਆ। ਦੇਖੋ ਜਿਹੜੇ ਗੋਦੀ ਮੀਡੀਆ ਨੇ ਸਾਰਾ ਇਹ ਦਿਖਾਇਆ ਗਿਆ ਕਿ ਕਿੱਦਾਂ ਤਿਰੰਗੇ ਦੀ ਇਹਨਾਂ ਨੇ ਕਿਹਾ ਬੇਇੱਜ਼ਤੀ। ਤਿਰੰਗੇ ਦੀ ਕੋਈ ਬੇਇੱਜ਼ਤੀ ਨਹੀਂ ਹੋਈ। ਤਿਰੰਗਾ ਜਿੱਥੇ ਲੱਗਾ ਹੀ ਉੱਥੇ ਸੀਗਾ, ਜਿੱਥੇ ਸਪੇਸ ਖਾਲੀ ਸੀਗੀ ਉੱਥੇ ਨਿਸ਼ਾਨ ਸਾਹਿਬ ਦਾ ਤੇ ਆਪਣਾ ਕੌਮੀ ਝੰਡਾ ਜਿਹੜਾ ਚੜਾਇਆ ਗਿਆ ਕਿਸਾਨੀਆਂ ਦਾ ਉਹ ਚੜਾਇਆ। ਠੀਕ ਹੈ ਜੀ। ਦੂਸਰੀ ਚੀਜ਼ ਕਿਸੇ ਨੇ ਇਹ ਨਹੀਂ ਬਾਅਦ 'ਚੋਂ ਦਿਖਾਇਆ, ਉਹ ਤੋਂ ਬਾਅਦ ਉਸੇ ਜਗ੍ਹਾ ਤੇ ਬਾਅਦ ਤਿਰੰਗਾ ਵੀ ਚੜਾਇਆ ਗਿਆ, ਪਰ ਇਹ ਗੋਦੀ ਮੀਡੀਆ ਨੇ ਕਿਸੇ ਨੇ ਨਹੀਂ ਦਿਖਾਇਆ। ਠੀਕ ਹੈ ਨਾ। ਦੂਸਰੀ ਚੀਜ਼ ਦੇਖੋ, ਜਿਹੜੀ ਦੂਸਰੇ ਪਾਸੇ ਜਿਹੜੇ ਸਾਡੇ ਕਿਸਾਨ ਆਗੂ ਸੀ ਜਿਨ੍ਹਾਂ ਨੇ ਉਸ ਆਪਣੇ ਤਿੰਨਾਂ ਪਾਸਿਓਂ ਜਿਹੜੀ ਮਾਰਚ ਕੱਢਿਆ, ਇੰਨਾ ਸੋਹਣਾ ਮਾਰਚ ਗਿਆ, ਤੁਸੀਂ ਉਹਨੂੰ ਕਿਸੇ ਵੀ ਮੀਡੀਆ ਨੇ ਦੇਖੋ ਉਹ ਚੀਜ਼ ਨੂੰ ਦਿਖਾਇਆ ਹੀ ਨਹੀਂ ਗਿਆ। ਠੀਕ ਹੈ। ਸਿਰਫ ਸਾਰਿਆਂ ਨੇ ਲਾਲ ਕਿਲ੍ਹੇ ਵੱਲ ਨੂੰ ਸਾਰਿਆਂ ਦਾ ਫੋਕਸ ਰਿਹਾ। ਜੇ ਮੇਰੇ ਸਾਹਮਣੇ ਉਹ ਦਿਖਾਉਂਦੇ ਉਹ ਜ਼ਿਆਦਾ ਵਧੀਆ ਸੀਗਾ, ਜਿਹਦੇ ਕਰਕੇ ਗੋਦੀ ਮੀਡੀਆ ਜੀ ਇਹ ਨਹੀਂ ਦਿਖਾ ਸਕਦਾ। ਇਸ ਵੇਲੇ ਸਾਡੇ ਦੇਸ਼ ਦਾ ਜਿਹੜਾ ਅੰਨਦਾਤਾ ਹੈ ਉਸ ਨੂੰ 70 ਦਿਨ ਹੋ ਚੁੱਕੇ ਨੇ ਆਪਣਾ ਅੰਦੋਲਨ ਕਰਦਿਆਂ, ਤੇ ਸਾਡੇ ਦੇਸ਼ ਦੇ ਕਿਸਾਨ ਜਿਹੜੇ ਨੇ ਇੰਨੇ ਸ਼ਹੀਦ ਹੋ ਰਹੇ ਨੇ, ਪਰ ਸਾਡੇ ਦੇਸ਼ ਦੀ ਸਰਕਾਰ ਹੈ ਉਹਨਾਂ ਦੀ ਜਿਹੜੀ ਉਹਨਾਂ ਵੱਲ ਧਿਆਨ ਹੀ ਨਹੀਂ ਦੇ ਰਹੀ, ਜਾਂ ਕਹਿ ਲਓ ਦੇਣਾ ਹੀ ਨਹੀਂ ਚਾਹੁੰਦੇ। ਤੁਸੀਂ ਕੀ ਕਹਿਣਾ ਚਾਹੁੰਦੇ ਹੋ ਉਸ ਬਾਰੇ? ਇਹ ਤੁਹਾਡੇ ਸਾਰਿਆਂ ਦੇ ਸਾਹਮਣੇ ਹੀ ਆ। ਸਾਰੀ ਦੁਨੀਆ ਜਿਹੜੀ ਆ ਉਹ ਵੈਸੇ ਤਾਂ ਹੁਣ ਅਗੇਂਸਟ ਹੋ ਚੁੱਕੀ ਹੈ। ਗਵਰਨਮੈਂਟ ਅਗਰ ਨਹੀਂ ਸੁਣਨਾ ਚਾਹੁੰਦੀ ਤੇ ਬਹੁਤ ਸਾਰੇ ਮਾਇਨੇ ਸਭ ਨੂੰ ਪਤਾ ਹੀ ਹੈ ਕਿ ਜਿਹੜੇ ਬਿੱਲ ਸੀਗੇ ਉਹ ਫੇਵਰ ਆਫ ਦਾ ਕਾਰਪੋਰੇਟ ਸੀਗੇ, ਤੇ ਉਹ ਇੱਕ ਇਦਾਂ ਦੀਆਂ ਗੱਲਾਂ ਸੀਗੀਆਂ ਕਿ ਉਹ ਕਿਤੇ ਉਹਨੂੰ ਰੋਲ ਬੈਕ ਅਗਰ ਕਰਦੇ ਆ ਤਾਂ ਪ੍ਰੈਸ਼ਰਾਈਜ਼ ਉਸ ਚੀਜ਼ ਤੋਂ ਵੀ ਹੈਗੇ ਨੇ ਕਿ ਕਾਰਪੋਰੇਟਸ ਨੂੰ ਅਗਰ ਪ੍ਰੋਮਿਸਡ ਨੇ ਕਿ ਅਸੀਂ ਉਹ ਕਰਾਂਗੇ ਤੇ ਉਹ ਕਰ ਬੈਠੇ ਨੇ। ਹੁਣ ਉਧਰੋਂ ਵੀ ਅਗਰ ਉਹਨਾਂ ਨੂੰ ਬਹੁਤ ਵੱਡਾ ਇੱਕ ਦਬਾਅ ਹੋ ਸਕਦਾ ਹੋਵੇ ਤੇ ਉਹ ਇੱਕ ਮੈਟਰ ਕਰਦਾ, ਪਰ ਕਿਤੇ ਨਾ ਕਿਤੇ ਜਾ ਕੇ ਜਿਹੜੀ ਪਬਲਿਕ ਹੁੰਦੀ ਆ, ਜਿਹੜੇ ਲੋਕ ਹੁੰਦੇ ਨੇ, ਉਹ ਦੇਸ਼ ਲਈ ਵੱਡੀ ਗੱਲ ਹੁੰਦੀ ਆ ਕਿ ਜਿਹੜੇ ਕਿਸਾਨ ਨੇ ਐਕਚੁਅਲੀ ਇਹ ਰੀੜ੍ਹ ਦੀ ਹੱਡੀ ਹੈ ਦੇਸ਼ ਦੀ। ਬਹੁਤ ਵੱਡੀ ਜਿਹੜੀ ਅਰਥ ਵਿਵਸਥਾ ਸਾਡੇ ਕੰਟਰੀ ਦੀ ਹੈਗੀ ਆ, ਇਹਦੇ ਵਿੱਚ ਜਿਹੜਾ ਯੋਗਦਾਨ ਉਹ ਕਿਸਾਨੀ ਦਾ ਆ, ਤੇ ਆਖਰ ਇੱਕ ਦਿਨ ਤੇ ਝੁਕਣਾ ਹੀ ਪਏਗਾ। ਥੋੜਾ ਸਮਾਂ ਹੋਰ ਲੱਗੇਗਾ, ਸ਼ਹੀਦੀਆਂ ਵੀ ਹੋਰ ਹੋ ਸਕਦੀਆਂ ਨੇ, ਪਰ ਘਬਰਾਉਣ ਵਾਲੀ ਕੋਈ ਗੱਲ ਨਹੀਂ। ਇਹ ਜਿਹੜਾ ਭਾਰਤੀ ਸੰਵਿਧਾਨ ਹੈ, ਕਨਸਟੀਟਿਊਸ਼ਨ ਹੈ, ਇਹਦੇ ਵਿੱਚ ਕਿਤੇ ਡੈਮੋਕ੍ਰੈਟਿਕ ਹੱਕ ਹੈ ਉਹਨਾਂ ਕੋਲ, ਉਹ ਆਪਣਾ ਪ੍ਰੋਟੈਸਟ ਕਰ ਸਕਦੇ ਆ। ਜਿੱਤਣਗੇ, ਸਮਾਂ ਲੱਗ ਸਕਦਾ ਪਰ ਜਿੱਤਣਗੇ ਜ਼ਰੂਰ। ਕੇਂਦਰ ਸਰਕਾਰ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਹੋ? ਦੇਖੋ, ਉਹਨਾਂ ਨੂੰ ਸੰਦੇਸ਼ ਇਹ ਦੇਣਾ ਚਾਹੁੰਦੇ ਆ, ਉਹ ਆਵਾਜ਼ ਬੰਦ ਕਰ ਸਕਦੇ ਆ ਲੋਕਾਂ ਦੀ, ਕਿਉਂਕਿ ਜਦੋਂ ਉਹਨਾਂ ਦੇ ਕੋਲ ਪਾਵਰ ਆ ਤਾਂ ਉਹ ਯੂਜ਼ ਕਰ ਸਕਦੇ ਆ। ਕਿਸੇ ਵੀ ਜੋ ਉਹਨਾਂ ਦੇ ਕੋਲ ਚੀਜ਼ਾਂ ਨੇ, ਗਵਰਨਮੈਂਟ ਦੀਆਂ ਪਾਲਿਸੀਜ਼ ਨੇ, ਉਹਨੂੰ ਯੂਜ਼ ਕਰ ਸਕਦੇ ਆ, ਉਹ ਲਾਜ਼ ਨੂੰ ਯੂਜ਼ ਕਰ ਸਕਦੇ ਆ, ਪੁਲਿਸ ਨੂੰ ਯੂਜ਼ ਕਰ ਸਕਦੇ ਆ, ਪਰ ਕਿਸੇ ਦੀ ਵੌਇਸ ਬੰਦ ਕਰਨ ਨਾਲ ਉਹਦਾ ਦਿਮਾਗ ਨਹੀਂ ਚੇਂਜ ਕੀਤਾ ਜਾ ਸਕਦਾ, ਉਹਦੇ ਦਿਲ ਨੂੰ ਨਹੀਂ ਚੇਂਜ ਕੀਤਾ ਜਾ ਸਕਦਾ। ਸਾਡੀ ਆਵਾਜ਼ ਨੂੰ ਤਾਂ ਬੰਦ ਕਰ ਸਕਦੇ ਨੇ ਥੋੜੇ ਸਮੇਂ ਲਈ, ਪਰ ਜਦੋਂ ਇਹ ਟਾਈਮ ਇੱਕ ਉਹ ਆਊਗਾ ਜਦੋਂ ਫੇਰ ਉਹਨਾਂ ਨੂੰ ਸਾਡੀ ਜ਼ਰੂਰਤ ਪਊਗੀ, ਤੇ ਲੀਡਰਾਂ ਨੂੰ ਮੈਂ ਕਹਿਣਾ ਚਾਹੁੰਦਾ ਉਹ ਸਾਡੇ ਕਰਕੇ ਨੇ, ਅਸੀਂ ਉਹਨਾਂ ਦਾ ਕਰਕੇ ਨਹੀਂ ਆ। ਉਹ ਇਹ ਗੱਲ ਨੂੰ ਸਮਝਣ ਕਿ ਉਹ ਸਾਡੇ ਕਰਕੇ ਨੇ, ਬਲਕਿ ਅਸੀਂ ਉਹਨਾਂ ਦਾ ਕਰਕੇ ਨਹੀਂ ਆ। ਸਾਡੀ ਵੋਟ ਦੇ ਨਾਲ ਹੀ ਉਹ ਲੀਡਰ ਬਣੇ ਨੇ। ਜੇਕਰ ਉਹ ਸਾਡਾ ਹੱਕ ਨਹੀਂ ਦੇਣਗੇ ਤੇ ਆਖਰ ਇੱਕ ਦਿਨ ਅਸੀਂ ਕੁਰਸੀ ਉਖਾੜ ਕੇ ਸੁੱਟ ਦੇਵਾਂਗੇ, ਤੇ ਫਿਰ ਅਗਲੀ ਪਾਰਟੀ ਆਏਗੀ। ਫਿਰ ਉਹਨੂੰ ਵੀ ਇਹ ਦੱਸਣਾ ਚਾਹੁੰਦੇ ਆ ਕਿ ਡੈਮੋਕ੍ਰੇਸੀ ਬਣਾਈ ਰੱਖਣ, ਦੇਸ਼ ਦੀ ਏਕਤਾ, ਅਖੰਡਤਾ, ਭਾਈਚਾਰਕ ਸਾਂਝ ਕਿਸੇ ਵੀ ਕੌਮ ਦੇ ਵਿੱਚ ਉਹ ਫੇਕ ਨਾ ਪਾਉਣ। ਸਾਰੇ ਜਾਣੇ ਇਕੱਠੇ ਰਹਿ ਕੇ ਇਸ ਦੇਸ਼ ਦੇ ਵਿੱਚ ਰਲ ਮਿਲ ਕੇ ਚੱਲਣ। ਸਾਨੂੰ ਆਮ ਲੋਕਾਂ ਨੂੰ ਇੱਥੇ ਕਾਰੋਬਾਰ ਦੀ ਜ਼ਰੂਰਤ ਆ, ਅੱਛੇ ਇੱਕ ਖਾਣੇ ਪੀਣੇ ਰਹਿਣੇ ਦੀ। ਦੀਪਕ ਜੀ, ਲਗਾਤਾਰ ਜਿਹੜੀ ਇਹ ਸਾਡੀ ਦੇਸ਼ ਦੀਆਂ ਸਰਕਾਰਾਂ ਅੰਦੋਲਨ ਨੂੰ ਦਬਾਉਣ ਦੀ ਕੋਸ਼ਿਸ਼ ਕਰ ਰਹੀਆਂ ਨੇ। ਅਸੀਂ ਦੇਖ ਰਹੇ ਹਾਂ ਅੱਜ 70 ਦਿਨ ਹੋ ਚੁੱਕੇ ਨੇ, ਉਹਨਾਂ ਦੀ ਆਵਾਜ਼ ਨੂੰ ਅਣਸੁਣਾ ਕੀਤਾ ਜਾ ਰਿਹਾ। ਇਹ ਅਣਸੁਣੀ ਹੋਣੀ ਨਹੀਂ ਗੀ, ਕਿਉਂਕਿ ਅਸੀਂ ਤਾਂ ਪਿੱਛੇ ਹਟਣਾ ਨਹੀਂਗਾ, ਭਾਵੇਂ 70 ਦਿਨ ਜਾਂ ਭਾਵੇਂ 700 ਦਿਨ ਅਸੀਂ ਇੱਥੇ ਰਹਿਣਾ, ਤੇ ਇੱਥੇ ਖੜੇ ਦੇਖ ਲਿਓ, ਹਮੇਸ਼ਾ ਇੱਥੇ ਹੀ ਰਵਾਂਗੇ। ਕਿੰਨੇ ਚਿਰ ਤੋਂ ਉੱਥੇ ਬੜੇ ਆਰਾਮ ਨਾਲ ਬੈਠੇ ਨੇ, ਪ੍ਰੋਟੈਸਟ ਕਰ ਰਹੇ ਨੇ, ਤੇ ਤੁਸੀਂ ਹੁਣ ਜੇ ਆਪਾਂ 26 ਜਨਵਰੀ ਦੀ ਗੱਲ ਕਰੀਏ ਨਾ, ਉਦੋਂ ਵੀ ਉਹ ਆਰਾਮ ਨਾਲ ਬੈਠੇ ਸੀਗੇ। ਮੈਂ ਉਸ ਟਾਈਮ ਉੱਥੇ ਸੀਗਾ ਰੈਲੀ ਦੇ ਵਿੱਚ ਹੀ, ਉਦੋਂ ਵੀ ਦੇਖਿਆ ਗਿਆ ਸੀ 26 ਜਨਵਰੀ ਨੂੰ ਜਿਹੜਾ ਰੂਟ ਬਣਾਇਆ ਸੀਗਾ ਉਹਨਾਂ ਨੇ ਦੋਨਾਂ ਸਾਈਡਾਂ ਤੋਂ ਬੰਦ ਕੀਤੇ ਸੀ। ਜਿਹੜੇ ਸਾਡੇ ਨਿਹੰਗ ਸਭ ਤੋਂ ਅੱਗੇ ਬੈਠੇ ਸੀਗੇ ਉਹਨਾਂ ਨੇ ਬੈਰੀਕੇਡ ਦੇ ਸਾਈਡ ਕੀਤੇ ਆ, ਠੀਕ ਆ, ਉਹ ਅੱਗੇ ਗਏ ਆ। ਉਹਨਾਂ ਨੂੰ ਰਾਹ ਦਾ ਕੁਝ ਨਹੀਂ ਪਤਾ, ਕਿਉਂਕਿ ਨਾ ਉਹਨਾਂ ਕੋਲ ਐਂਡਰੋਇਡ ਫੋਨ ਹੈਗੇ ਨਾ ਕੁਝ ਹੈਗਾ, ਉਹਨਾਂ ਰਸਤਿਆਂ ਦਾ ਵੀ ਕੁਝ ਪਤਾ ਨਹੀਂ ਸੀਗਾ, ਠੀਕ ਆ। ਕੁਝ ਇਹਨਾਂ ਦੇ ਜਿਹੜੇ ਬੰਦੇ ਵਿੱਚ ਭੇਜੇ ਹੋਏ ਸੀਗੇ, ਉਹਨਾਂ ਕਰਕੇ ਸਾਰਾ ਅੰਦੋਲਨ ਖਰਾਬ ਹੋਇਆ। ਹੁਣ ਜੇ ਆਪਾਂ ਕਹੀਏ ਕਿ ਉੱਥੇ ਝੰਡਾ ਲਹਿਰਾਉਣ ਦਾ, ਹੁਣ ਖਾਲਸਾ ਦਾ ਸਾਰਿਆਂ ਦਾ ਵਾ, ਕਿਸੇ ਨੂੰ ਹੈ ਨਹੀਂਗਾ, ਹਿੰਦੂ ਦਾ ਵੀ ਹੈ, ਮੁਸਲਮਾਨ ਦਾ ਹੀ ਹੈ, ਸਾਰਿਆਂ ਨੂੰ ਪ੍ਰੋਵਾਈਡ ਕਰਦਾ, ਹਰੇਕ ਚੀਜ਼ ਦਿੰਦਾ, ਤੇ ਉਹਨੂੰ ਤੁਸੀਂ ਕਹਿ ਰਹੇ ਕਿ ਉੱਥੇ ਝੰਡਾ ਲਹਿਰਾਤਾ ਤੇ ਉਹਨਾਂ ਇਸ਼ੂ ਬਣਾਤਾ। ਇਹ ਕੋਈ ਇਸ਼ੂ ਹੈ? ਇਹ ਰਿਲੀਜਨ ਇਸ਼ੂ ਬਣਾਉਂਦੇ ਪਏ ਜੋ ਕਿ ਉਹ ਨਹੀਂ ਹੈਗਾ। ਇਹ ਸਭ ਗੱਲਾਂ ਝੂਠ ਬਣਾਉਂਦੇ ਪਏ ਆ ਜੋ ਇਹ ਅੰਦੋਲਨ ਨੂੰ ਦਬਾਉਣ ਵਾਲੇ, ਕਿਉਂਕਿ ਉਹ ਕਹਿੰਦੇ ਕਿ ਅੰਦੋਲਨ ਦੱਬ ਜਾਵੇ ਤੇ ਲੋਕਾਂ ਨੂੰ ਤੱਕ ਗੱਲ ਨਾ ਪਹੁੰਚੇ। ਤੇ ਹੁਣ ਮੈਂ ਦੇਖਦਾ, ਮੈਂ ਟਵਿੱਟਰ
ਟਵਿੱਟਰ ਤੇ ਹੀ ਕਈ ਜਿਹੜੇ ਐਕਟਰ ਹੈਗੇ ਬਾਲੀਵੁੱਡ ਵਾਲੇ ਉਹ ਕਹਿੰਦੇ ਕਿ ਇਹ ਇਦਾਂ ਗਲਤ ਆ ਇਦਾਂ ਵਾ। ਹੁਣ ਇਹ ਦੇਖਣ ਦੀ ਗੱਲ ਆ ਕਿ ਉਹਨਾਂ ਨੂੰ ਜਿਹੜੇ ਫ੍ਰੀਲੈਂਸ ਜਰਨਲਿਸਟ ਹੈਗੇ ਆ, ਠੀਕ ਆ, ਉਹਨਾਂ ਨੂੰ ਰੈਸਟ ਕਰੇ, ਉਹਨਾਂ ਨੂੰ ਇਹ ਚੀਜ਼ ਨਹੀਂ ਦਿਖਦੀ ਹੈਗੀ। ਹੁਣ ਇੱਕ ਰਿਹਾਨਾ ਜਿਹੜੀ ਉਹ ਫੇਮਸ ਸਿੰਗਰ ਹੈ ਨਾ, ਜੇ ਉਹਨੇ ਟਵੀਟ ਕੀਤਾ ਤੇ ਅੱਜ ਉਹਨਾਂ ਨੂੰ ਬਈ ਇੱਕ ਹਿਸਾਬ ਦੀਆਂ ਜਲਨ ਜੀ ਹੁੰਦੀ ਪਈ ਆ। ਤੇ ਹੁਣ ਇਹ ਲੱਗਦਾ ਕਿ ਅਸੀਂ ਚੁੱਪ ਬੈਠੇ ਸੀ ਇਸ ਕਰਕੇ। ਹੁਣ ਇਹ ਅੰਦੋਲਨ ਰੁਕਣ ਵਾਲਾ ਨਹੀਂ ਹੈ, ਇਹ ਵਰਲਡ ਵਾਈਡ ਹੋ ਚੁੱਕਾ ਤੇ ਕਿਸਾਨਾਂ ਦੀ ਜਿੱਤ ਹੋਣੀ ਆ। ਜਿਸ ਤਰ੍ਹਾਂ ਅਸੀਂ ਦੇਖ ਰਹੇ ਹਾਂ ਸਿੰਘੂ ਬਾਰਡਰ ਤੇ ਜਿਹੜੀ ਹੈ ਟਿਕਰੀ ਬਾਰਡਰ ਤੇ ਉਹਨਾਂ ਨੇ ਕਿੱਲਾਂ ਗੱਡ ਕੇ ਜਿਹੜੀ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਬੈਰੀਕੇਡਿੰਗ ਜਿਹੜੀ ਹੈ ਹੋਰ ਮਜ਼ਬੂਤ ਕਰ ਦਿੱਤੀ ਗਈ ਹੈ। ਮੈਂ ਨਾ ਉਹਨਾਂ ਨੂੰ ਰੋਕਣ ਦੀ ਨਹੀਂ, ਉਹਨਾਂ ਨੂੰ ਬਸ ਡਰਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਵੀ ਹੈ, ਕਿਉਂਕਿ ਉਹਨਾਂ ਦਾ ਕੋਈ ਮਕਸਦ ਨਹੀਂ ਹੈਗਾ ਕਿ ਅੱਗੇ ਜਾਣ ਦਾ। ਕਿਉਂਕਿ ਜੇ ਉਹ ਬੈਠੇ ਇੱਥੇ ਧਰਨਾ ਲਾ ਕੇ ਬੈਠੇ, ਪੂਰਾ ਵਰਲਡ ਵਾਈਡ ਸਾਰਾ ਸੁਣਦਾ ਪਿਆ, ਸਾਰੀ ਨਿਗਾਹ ਉੱਥੇ ਆ, ਤੇ ਇਸ ਕਰਕੇ ਉਹਨਾਂ ਡਰਾਉਣ ਦੀ ਕੋਸ਼ਿਸ਼ ਕਰਦੇ ਪਏ। ਤੇ ਇੰਟਰਨੈਟ ਕੱਟ ਕਰਕੇ ਕੀ ਹੋ ਜਾਣਾ? ਪਿੰਡਾਂ ਦੇ ਵਿੱਚ ਕਿਹੜਾ ਟਾਵਰ ਲੱਗੇ ਹੁੰਦੇ ਸੀਗੇ? ਬਿਜਲੀ ਕੱਟ ਕਰਨ ਦਾ ਕੋਈ ਫਾਇਦਾ ਵੀ ਨਹੀਂ, ਕਿਉਂਕਿ ਪਿੰਡਾਂ 'ਚ ਜ਼ਿਆਦਾ ਲਾਈਟ ਹੁੰਦੀ ਵੀ ਨਹੀਂ ਸੀਗੀ, ਤੇ ਕੀ ਕੋਈ ਫਰਕ ਨਹੀਂ ਪੈਣਾ। ਜੇ ਉਹ ਪਾਣੀ ਬੰਦ ਕਰਦੇ, ਕਿ ਉਹਨਾਂ ਕੋਲ ਬੋਰ ਵਾਲੀਆਂ ਮਸ਼ੀਨਾਂ ਵੀ ਹੈਗੀਆਂ, ਉਹ ਬੋਰ ਵੀ ਕਰ ਸਕਦੇ ਨੇ, ਕਿ ਇਸ ਕਰਕੇ ਉਹ ਨਹੀਂ ਕਰਦੇ ਪਏ, ਕਿ ਉਹ ਸ਼ਾਂਤਮਈ ਕਰਦੇ ਪਏ ਜੀ। ਠੀਕ ਹੈ।